ਹਰਦੀਪ ਸਿੰਘ ਜੀ। ਹਰਦੀਪ ਜੀ, ਤੁਸੀਂ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖ ਰਹੇ ਹੋ? ਪੁਆਇੰਟ ਨੰਬਰ 1 ਕਿ ਵਾਕਈ ਐਸਜੀਪੀਸੀ ਦੇ ਵਿੱਚ ਦਖਲਅੰਦਾਜ਼ੀ ਲੱਗ ਰਹੀ ਹੈ, ਕਿਉਂਕਿ ਗੁਰਪ੍ਰੀਤ ਜੀ ਨੇ ਵੀ ਇਹ ਜ਼ਿਕਰ ਕੀਤਾ। ਪਰ ਹੁਣ ਗੱਲ ਇਹ ਵੀ ਹੈ ਕਿ ਜਥੇਦਾਰ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਫ੍ਰੀ ਟੂ 에ਅਰ ਕਰ ਦਿਓ ਜਾਂ ਚੈਨਲ ਬਣਾ ਲਓ, ਨਹੀਂ ਬਣਾਇਆ ਗਿਆ, ਜੋ ਇਸ ਸਮੇਂ ਤੱਥ ਆਪਣੇ ਸਾਰਿਆਂ ਦੇ ਸਾਹਮਣੇ ਨੇ। ਉਸ ਤੋਂ ਬਾਅਦ ਵਾਰ-ਵਾਰ ਜ਼ਿਕਰ ਹੁੰਦਾ ਹੈ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਨਹੀਂ ਹੁੰਦਾ, ਤਾਂ ਸਰਕਾਰ ਦੇ ਕੋਲ ਬਦਲ ਬਾਕੀ ਕੀ ਰਹਿ ਜਾਂਦਾ ਹੈ? ਕਿ ਤੁਹਾਨੂੰ ਲੱਗਦਾ ਕਿ ਅੱਜ ਵੀ ਸਰਕਾਰ ਨੂੰ ਅੱਖਾਂ ਬੰਦ ਕਰਕੇ ਬੈਠਣਾ ਚਾਹੀਦਾ ਸੀ ਕਿ ਨਹੀਂ, ਕੋਈ ਗੱਲ ਨਹੀਂ, ਜੋ ਹੋ ਰਿਹਾ ਹੋ ਲੈਣ ਦਿਓ, ਗੁਰਬਾਣੀ ਦੇ ਪ੍ਰਸਾਰਣ ਦੇ ਉੱਤੇ ਗੱਲਬਾਤ ਨਾ ਕਰੋ? ਤੁਹਾਨੂੰ ਲੱਗਦਾ ਹੈ ਕਿ ਇਹ ਦਖਲਅੰਦਾਜ਼ੀ ਹੈ ਜਾਂ ਇੱਕ ਦਖਲਅੰਦਾਜ਼ੀ ਮਜਬੂਰੀ ਵਾਲੀ ਹੈ? ਪਹਿਲੀ ਚੀਜ਼ ਤਾਂ ਇਹ ਹੈ ਕਿ ਗੁਰਬਾਣੀ ਫ੍ਰੀ ਟੂ 에ਅਰ ਹੋਣੀ ਚਾਹੀਦੀ ਹੈ, ਹਰ ਇੱਕ ਦੇ ਲਈ ਹੋਣੀ ਚਾਹੀਦੀ ਹੈ। ਇਸ ਲਈ ਸ਼ੁਰੂਆਤੀ ਤੌਰ ਤੇ ਅਗਰ ਆਵਾਜ਼ ਚੁੱਕਣ ਵਾਲਿਆਂ ਚੋਂ ਤੇ ਮੈਂ ਉਹਨਾਂ ਚੋਂ ਇੱਕ ਹਾਂ। ਠੀਕ ਹੈ। ਸ਼ੁਰੂਆਤੀ ਤੌਰ ਤੇ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੇ ਸ਼ਾਇਦ ਇਹਨਾਂ ਦੇ ਚੈਨਲ ਤੇ ਆ ਕੇ ਇੰਦਰ ਨਾਰਾਇਣ ਦੇ ਗੁਣ ਵੀ ਗਾਉਂਦੇ ਹੋਣਗੇ, ਅਸੀਂ ਉਦੋਂ ਦਾ ਵਿਰੋਧ ਕਰਦੇ ਹਾਂ ਇਸ ਗੱਲ ਦਾ। ਇਸ ਕਰਕੇ ਗੁਰਬਾਣੀ ਸਭ ਦੇ ਕੋਲ ਫ੍ਰੀ ਜਾਣੀ ਚਾਹੀਦੀ ਹੈ, ਸਾਰੇ ਚੈਨਲਾਂ ਕੋਲ ਜਾਣੀ ਚਾਹੀਦੀ ਹੈ। ਠੀਕ ਹੈ। ਨੰਬਰ 2 ਤੇ ਮੈਂ ਗੱਲ ਕਹਾਂ ਕਿ ਸਰਕਾਰ ਦਾ ਕੋਈ ਕੰਮ ਨਹੀਂ ਬਣਦਾ। ਸਰਕਾਰ ਕੋਲ ਬਦਲ ਦੀ ਤੁਸੀਂ ਗੱਲ ਕਹਿੰਦੇ ਹੋ, ਸਰਕਾਰ ਨੂੰ ਇਸ ਵਿੱਚ ਇੰਟਰਫੇਅਰ ਨਹੀਂ ਸੀ ਕਰਨਾ ਚਾਹੀਦਾ। ਸਿੱਖਾਂ ਦੀ ਭਾਵਨਾ, ਤੁਸੀਂ ਕੀ ਜਥੇਦਾਰ ਸਾਹਿਬ ਜੋ ਹਨ, ਜਥੇਦਾਰ ਸਾਹਿਬ ਕੀ ਕਰਦੇ? ਜਥੇਦਾਰ ਸਾਹਿਬ ਨੇ ਕਿਹਾ, ਜਥੇਦਾਰ ਸਾਹਿਬ ਨੇ ਨਹੀਂ ਕਿਹਾ, ਉਸ ਤੋਂ ਪਹਿਲਾਂ ਸਿੱਖਾਂ ਨੇ ਕਿਹਾ। ਸਿੱਖ ਕੌਮ ਜਿਹੜੀ ਹੈਗੀ ਹੈ, ਸਿੱਖ ਐਜ਼ ਹੋਲ, ਉਹ ਜਥੇਦਾਰ ਤੋਂ ਵੀ ਉੱਪਰ ਦੀ ਗੱਲ ਹੈ। ਜਥੇਦਾਰ ਤੇ ਰਿਪਰੈਜ਼ੈਂਟੇਟਿਵ ਹੈ ਸਿੱਖਾਂ ਦਾ, ਉਹ ਉਹਨਾਂ ਦੀ ਆਵਾਜ਼ ਹੋ ਸਕਦਾ ਹੈ। ਲੇਕਿਨ ਸਿੱਖਾਂ ਦੀ ਜੇ ਇੱਕ ਕਾਮਨ ਵੌਇਸ ਰਹੀ ਹੈ ਕਿ ਇਹ ਇਸ ਦੇ ਉੱਤੇ ਕਿਸੇ ਦੀ ਮੋਨੋਪੋਲੀ ਨਹੀਂ ਹੋਣੀ ਚਾਹੀਦੀ, ਉਹ ਉਸ ਤੋਂ ਵੀ ਵੱਡੀ ਗੱਲ ਹੈ। ਰਹੀ ਗੱਲ ਕਿ ਕੀ ਇਹ ਕਰ ਸਕਦੇ ਨੇ, ਮੈਂ ਇਸ ਦੇ ਉੱਤੇ ਹੀ ਹਾਲ ਦੀ ਘੜੀ ਸੋਚ, ਦੇਖੋ ਕੀ ਹੈ ਕਿ ਗੁਰਬਾਣੀ ਸਭ ਦੇ ਲਈ ਸਾਂਝੀ ਹੈ, ਸਭ ਦੇ ਕੋਲ ਜਾਣੀ ਚਾਹੀਦੀ ਹੈ। ਇਹ ਜਿਹੜੀ ਅਮੈਂਡਮੈਂਟ ਕਹਿ ਰਹੇ ਨੇ, ਮੈਂ ਇਸ ਨੂੰ ਕੇਵਲ ਇੱਕ ਰੈਜ਼ੋਲੂਸ਼ਨ ਸਮਝਦਾ, ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ। ਜੇ ਗੁਰਦੁਆਰਾ ਐਕਟ 1925 ਦੇ ਅਕੋਰਡਿੰਗ ਵੀ ਕਹੀਏ ਤੇ ਇਹ ਪ੍ਰੋਵਿੰਸ਼ੀਅਲ ਐਕਟ ਸੀਗਾ ਜਦੋਂ ਇਹ ਬਣਿਆ ਜੀ। ਹੁਣ ਇਹ ਜਦੋਂ 1966 ਤੋਂ ਬਾਅਦ ਰੀਆਰਗੇਨਾਈਜੇਸ਼ਨ ਤੋਂ ਬਾਅਦ ਇਹ ਜਿਹੜਾ ਹੈਗਾ ਇੰਟਰਸਟੇਟ ਐਕਟ ਹੈ, ਤੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸੈਂਟਰ ਕਰਦੀ ਹੈ। ਇਹਨਾਂ ਨੇ ਇਹ ਕਰ ਲਿੱਤਾ। ਹਰਿਆਣੇ ਦੀ ਮਿਸਾਲ ਦਿੰਦੇ ਨੇ, ਹਰਿਆਣੇ ਨੇ ਪਹਿਲਾਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਜਿਸ ਨੂੰ ਸੁਪਰੀਮ ਕੋਰਟ ਨੇ ਮੰਨ ਲਿੱਤਾ। ਠੀਕ ਹੈ। ਜਦੋਂ ਤੱਕ ਇਹ ਇੰਟਰਸਟੇਟ ਐਕਟ ਹੈ ਤੇ ਉਦੋਂ ਤੱਕ ਤੇ ਇਹ ਸਟੇਟ ਨੂੰ ਅਮੈਂਡਮੈਂਟ ਦਾ ਕੋਈ ਰਾਈਟ ਹੀ ਨਹੀਂ ਹੈ। ਕੀ ਸੈਂਟਰ ਦੀ ਕੋਈ ਇੰਟਰਫੀਰੈਂਸ ਜਿਹੜੀ ਹੈਗੀ ਉਹ ਨਹੀਂ ਹੋਏਗੀ ਅੱਜ ਤੋਂ ਬਾਅਦ? ਕੀ ਇਹ ਦੱਸ ਸਕਦੀ ਹੈ ਪੰਜਾਬ ਸਰਕਾਰ ਕਿ ਹੁਣ ਇਲੈਕਸ਼ਨ ਕੀ ਜਿਹੜੀ ਹੈਗੀ ਹੈ ਉਹ ਪੰਜਾਬ ਸਰਕਾਰ ਕਰਾਏਗੀ ਕਿ ਸੈਂਟਰ ਸਰਕਾਰ ਕਰਾਏਗੀ? ਕੀ ਇਹ ਦੱਸ ਸਕਦੇ ਨੇ ਕਿ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਹੈ ਉਹ ਪੰਜਾਬ ਸਰਕਾਰ ਦੇ ਥੱਲੇ ਹੈ ਜਾਂ ਸੈਂਟਰਲ ਗਵਰਨਮੈਂਟ ਦੇ ਥੱਲੇ ਹੈ? ਸੋ ਐਸੇ ਬਹੁਤ ਸਾਰੇ ਸਵਾਲ ਨੇ। ਇਹ ਜਿਹੜੇ ਇਹ ਇੱਕ ਬੜਾ ਡਿਬੇਟ ਦਾ ਮੁੱਦਾ ਹੈ। ਮੈਂ ਤਾਂ ਇਹ ਕਹਿਣਾ ਕਿ ਅੱਜ ਦੇ ਦਿਨ ਜੋ ਇਹ ਆਵਾਜ਼ ਚੁੱਕ ਰਿਹਾ ਸੈਂਟਰਲ ਗਵਰਨਮੈਂਟ ਵੀ, ਕਿਉਂਕਿ ਉਹ ਵੀ ਵਿਰੋਧ ਵਿੱਚ ਹੈ ਅਕਾਲੀ ਦਲ ਦੇ, ਅਸੀਂ ਤਾਂ ਪਹਿਲਾਂ ਤੋਂ ਹੀ ਹਾਂ ਜੀ, ਉਹ ਵੀ ਵਿਰੋਧ ਵਿੱਚ ਹੈ, ਉਹ ਵੀ ਅੱਜ ਦੇ ਦਿਨ ਸਾਥ ਦੇਣਗੇ। ਪਰ ਇਹ ਜਿਹੜੀ ਫਿਰਕ ਪਾਈ ਜਾ ਰਹੀ ਹੈ ਉਹ ਬਹੁਤ ਜ਼ਿਆਦਾ ਬੁਰੀ ਹੋਏਗੀ, ਉਸ ਨਤੀਜੇ ਮਾੜੇ ਹੋਣਗੇ। ਇਸ ਤੋਂ ਅੱਗੇ ਕੀ ਹੋਏਗਾ ਕਿ ਕੱਲ ਨੂੰ ਇਹ ਗੁਰਦੁਆਰਾ ਐਕਟ ਜਿਹੜਾ ਹੈ ਸਟੇਟ ਦਾ ਵੱਖਰਾ ਬਣਾਉਣਗੇ, ਵੱਖਰੀਆਂ ਵੱਖਰੀਆਂ ਹੋਰ ਬਣਾਉਣ ਦੀ ਗੱਲ ਕਰ ਸਕਦੇ ਨੇ, ਕੀ ਕਰਨਗੇ ਫਿਰ? ਕੀ ਮੈਨੂੰ ਵੱਖਰੇ ਗੁਰਦੁਆਰਾ ਕਮੇਟੀਆਂ ਬਣਾਉਣ ਦਾ ਬਹੁਤਾ ਇਤਰਾਜ਼ ਨਹੀਂ ਹੈ, ਪਰ ਕੀ ਇਹ ਕੱਲ ਨੂੰ ਉਸੇ ਤਰੀਕੇ ਅਪਾਇੰਟਮੈਂਟਸ ਕਰਨਗੇ ਜਿਸ ਤਰ੍ਹਾਂ ਹਰਿਆਣੇ 'ਚ ਕੀਤੀਆਂ ਨੇ? ਕੀ ਇਹ ਉਸੇ ਤਰੀਕੇ ਅਪਾਇੰਟਮੈਂਟਸ ਕਰਨਗੇ ਐਸਜੀਪੀਸੀ ਮੈਨੇਜਮੈਂਟ ਦੀਆਂ, ਜਿੱਦਾਂ ਪਟਨਾ ਸਾਹਿਬ ਬੋਰਡ ਤੇ ਹਜੂਰ ਸਾਹਿਬ ਬੋਰਡ ਦੀਆਂ ਕਰਦੇ ਨੇ? ਇਹ ਜਿਹੜੀ ਹੈ ਇੱਕ ਬਹੁਤ ਵੱਡਾ, ਮੈਂ ਸਮਝਦਾ ਕਿ ਇੰਟਰਫੇਰੈਂਸ ਕਰ ਲਈਏ ਭਗਵੰਤ ਮਾਨ ਦੀ ਨਹੀਂ, ਇਹ ਛੋਟੀ ਜੀ ਗੱਲ ਨਹੀਂ, ਇਹ ਸਹੇ ਦੀ ਨਹੀਂ, ਇਹ ਪਹੇ ਦੀ ਗੱਲ ਹੈ। ਇਹ ਇੱਕ ਮਾੜਾ ਪ੍ਰੈਸੀਡੈਂਟ ਖੜਾ ਹੋਏਗਾ। ਹਾਂ, ਗੁਰਬਾਣੀ ਦਾ ਪ੍ਰਸਾਰਣ ਖੁੱਲਾ ਹੋਣਾ ਚਾਹੀਦਾ ਹੈ, ਸਭ ਕੁਝ ਹੋਣਾ ਚਾਹੀਦਾ ਹੈ। ਮੈਂ ਭਾਵੇਂ ਉਸ ਇਜਲਾਸ ਵਿੱਚ ਹਾਜ਼ਰ ਨਹੀਂ ਹੋ ਸਕਾਂਗਾ, ਪਰ ਮੇਰੀ ਵੀ ਇਹ ਰਾਏ ਕਿ ਜੋ ਹੈ ਉਹ ਪ੍ਰਸਾਰਣ ਦੇ ਲਈ ਹੋਣਾ ਚਾਹੀਦਾ, ਆਪਣੇ ਲੈਵਲ ਤੇ ਜੋ ਹੈ ਉਹ ਇਹ ਰਾਏ ਬਣਾਉਣੀ ਚਾਹੀਦੀ ਹੈ ਕਿ ਉਹ ਸਾਰਿਆਂ ਗੁਰਬਾਣੀ ਸਾਰਿਆਂ ਦੇ ਲਈ ਸਾਂਝੀ ਹੋਵੇ। ਸਰਕਾਰ ਦੇ ਇਸ ਕਦਮ ਦੇ ਨਾਲ ਜਿਹੜਾ ਹੈ ਉਹ ਸਹਿਮਤ ਹਾਂ। ਠੀਕ ਹੈ। ਇੱਕ ਚੀਜ਼ ਤਾਂ ਕਾਮਨ ਪੁਆਇੰਟ ਇੱਥੇ ਆ ਰਿਹਾ ਹੈ ਕਿ ਫ੍ਰੀ ਟੂ 에ਅਰ ਦੇ ਉੱਤੇ ਤਾਂ ਸਭ ਦੀ ਸਹਿਮਤੀ ਹੈ, ਪਰ ਦੂਜੇ ਪਾਸੇ ਸਰਕਾਰ ਦੇ ਤਰੀਕੇ ਦੇ ਉੱਤੇ ਕਿੰਤੂ ਪਰੰਤੂ ਜ਼ਰੂਰ ਹੈ। ਸਿਆਲਕਾ ਸਾਹਿਬ, ਇੱਕ ਛੋਟਾ ਜਿਹਾ ਸਟੇਟਮੈਂਟ ਤੁਹਾਡਾ, ਮੈਂ ਉਸ ਤੋਂ ਬਾਅਦ ਅੱਗੇ ਵਧਦਾ। ਸਿਆਲਕਾ ਜੀ, ਦੇਖੋ ਵਾਰ-ਵਾਰ ਇਹ ਜ਼ਿਕਰ ਹੋ ਰਿਹਾ, ਤੁਹਾਨੂੰ ਗੁਰਪ੍ਰੀਤ ਜੀ ਦੀ ਗੱਲਾਂ ਬਹੁਤ ਵਧੀਆ ਲੱਗੀਆਂ, ਪਰ ਉਹਨਾਂ ਦੇ ਵਿੱਚ ਕੁਝ ਗੱਲਾਂ ਅਜਿਹੀਆਂ ਵੀ ਸੀ ਜਿਸ ਦੇ ਵਿੱਚ ਉਹ ਕਹਿ ਰਹੇ ਸੀ ਕਿ ਸਿੱਖਾਂ ਨੂੰ ਜੋੜ ਕੇ ਨਹੀਂ ਰੱਖ ਸਕੀ ਐਸਜੀਪੀਸੀ, ਇਸ ਵਜ੍ਹਾ ਨਾਲ ਇਹ ਪੂਰਾ ਜ਼ਿਕਰ ਹੋ ਰਿਹਾ ਜਾਂ ਫਿਰ ਬਿੱਲ ਆ ਗਿਆ। ਉਹਨਾਂ ਨੇ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਕਹੀ ਕਿ ਜਦੋਂ ਚੀਫ ਮਿਨਿਸਟਰ ਕੈਰੋਂ ਸਾਹਿਬ ਹੁੰਦੇ ਸੀ ਉਸ ਸਮੇਂ ਵੀ ਇਹ ਕੋਸ਼ਿਸ਼ ਹੋਈ ਸੀ, ਲੋਕ ਸੜਕਾਂ ਦੇ ਉੱਤੇ ਆ ਗਏ ਸੀ। ਕਹਿੰਦੇ ਜੇ ਅੱਜ ਤੁਸੀਂ ਬਿਲਕੁਲ ਤੁਹਾਡੇ ਨਾਲ ਹੁੰਦੇ ਲੋਕ ਤਾਂ ਸ਼ਾਇਦ ਉਸ ਤਰੀਕੇ ਨਾਲ ਸਟਰੀਟਸ ਦੇ ਉੱਤੇ, ਸੜਕਾਂ ਦੇ ਉੱਤੇ ਪ੍ਰਦਰਸ਼ਨ ਨਜ਼ਰ ਆਉਂਦੇ, ਰੋਸ ਨਹੀਂ ਨਜ਼ਰ ਆਇਆ ਲੋਕਾਂ ਦਾ।
ਰਹੀ ਗੱਲ ਸਿੱਖਾਂ ਨੂੰ ਜੋੜ ਕੇ ਰੱਖ ਸਕੀ, ਐਸਜੀਪੀਸੀ ਨਹੀਂ ਜੋੜ ਕੇ ਰੱਖ ਸਕੀ। ਹੂੰ ਇਹ ਸ਼ੁਰੂ ਤੋਂ ਹੀ ਜਿਹੜਾ ਨਾ ਜੀ, ਕਦੀ ਸਾਧ ਸੰਗਤ ਬੋਰਡ ਇਸ ਤਰ੍ਹਾਂ ਸਰਕਾਰ ਦੀ ਦਖਲਅੰਦਾਜ਼ੀ ਰਹਿੰਦੀ ਆ। ਹੂੰ ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ, ਬਟ ਇਸ ਐਕਸਟੈਂਟ ਤੱਕ ਸਹਿਮਤ ਨਹੀਂ ਹੈਗਾ ਵੀ ਸਿੱਖਾਂ ਨੂੰ ਜੋੜ ਕੇ ਨਹੀਂ ਰੱਖ ਸਕੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖਾਂ ਦੀ ਕੌਮੀ ਧਾਰਮਿਕ ਜਥੇਬੰਦੀ ਆ। ਹਰਦੀਪ ਸਿੰਘ ਹੁਣਾਂ ਨੇ ਬੇਸ਼ੱਕ ਉਹਨਾਂ ਦਾ ਇਹ ਕਹਿਣਾ ਕਿ ਮੁਤਫਿਕ ਨਹੀਂ ਹੋ ਸਕਦੇ ਕੁਝ ਮੁੱਦਿਆਂ ਦੇ ਉੱਤੇ, ਪਰ ਜਿਹੜਾ ਨਾ ਐਸਜੀਪੀਸੀ ਤੇ ਇਹ ਗੱਲ, ਐਸਜੀਪੀਸੀ ਹਰ ਸੰਭਵ ਯਤਨ ਜਿਹੜਾ ਉਹ ਸਿੱਖਾਂ ਦੀ ਬਿਹਤਰੀ ਲਈ, ਭਾਵੇਂ ਵੱਖ-ਵੱਖ ਗੁਰਦੁਆਰਾ ਕਮੇਟੀਆਂ ਹੈਗੀਆਂ ਦਿੱਲੀ ਆ ਜਾਂ ਬੋਰਡ ਨੇ, ਇਹਦੇ ਬਾਵਜੂਦ ਵੀ ਜਿਹੜਾ ਨਾ ਕੇਂਦਰੀ ਜਥੇਬੰਦੀ ਐਸਜੀਪੀਸੀ ਆ, ਵਖਰੇਵੇਂ ਕਿਤੇ ਨਾ ਕਿਤੇ ਰਹਿੰਦੇ ਨੇ। ਰਹੀ ਗੱਲ ਲੋਕਾਂ ਦੇ ਸੜਕਾਂ ਤੇ ਆਉਣ ਦੀ, ਜੀ ਵੀ ਉਡੀਕਦੇ ਕਰੋ। ਸਰਕਾਰ ਜਿਸ ਢੰਗ ਨਾਲ ਚੱਲ ਰਹੀ ਆ, ਲੋਕ ਬੜੀ ਤੇਜ਼ੀ ਨਾਲ ਸਰਕਾਰ ਨੂੰ ਇਸ ਚੀਜ਼ ਦਾ ਅਹਿਸਾਸ ਕਰਾਉਣਗੇ। ਚਲੋ, ਤੁਹਾਨੂੰ ਲੱਗਦਾ ਕਿ ਐਸਜੀਪੀਸੀ ਨੂੰ, ਸਿਆਲਕਾ ਸਾਹਿਬ ਕੀ ਐਸਜੀਪੀਸੀ ਨੂੰ ਲੱਗ ਰਿਹਾ ਕਿ ਜਿਹੜਾ ਫ੍ਰੀ ਟੂ 에ਅਰ ਜਾਂ ਫਿਰ ਚੈਨਲ ਵਾਲਾ ਫੈਸਲਾ ਥੋੜੇ ਸਮਾਂ ਪਹਿਲਾਂ ਲੈ ਲੈਣਾ ਚਾਹੀਦਾ ਸੀ? ਸ਼ਾਇਦ ਇਹ ਪੂਰਾ ਇੱਥੇ ਮਾਮਲਾ ਪਹੁੰਚਦਾ ਹੀ ਨਹੀਂ। ਸਿੰਘ ਸਾਹਿਬ ਜੀ ਨੇ ਇਹ ਗੱਲ ਕਹਿ ਦਿੱਤੀ, ਉਦੋਂ ਤੋਂ ਅੰਡਰ ਪ੍ਰੋਸੈਸ ਹੈ ਜੀ। ਨਹੀਂ, 1 ਸਾਲ ਹੋ ਗਿਆ ਸਰ। ਜਿਹੜੀ ਗੱਲ ਅੱਜ ਇਹ ਸਰਕਾਰ, ਮੌਜੂਦਾ ਸਰਕਾਰ ਕੋਈ ਫੈਸਲਾ ਕਰਦੀ, ਕਿਸੇ ਨਾਲ ਕੋਈ ਐਗਰੀਮੈਂਟ ਕਰਦੀ ਆ, ਤੇ ਜਿਹੜਾ ਕੰਟਰੈਕਟ ਦੇ ਮੁਤਾਬਕ ਜਿਹੜਾ ਕੋਈ ਐਗਰੀਮੈਂਟ ਹੈ, ਉਹਨੇ ਆਪਣੀ ਮੈਚਿਓਰਿਟੀ ਤੱਕ ਜਾਣਾ ਹੁੰਦਾ। ਠੀਕ ਹੈ। ਇਹਦੇ ਵਿੱਚ ਜਿਹੜਾ ਇਹ ਜਦੋਂ ਇਹ ਕੰਟਰੈਕਟ ਖਤਮ ਹੋ ਰਿਹਾ ਜੀ, ਉਹਦੇ ਬਾਅਦ ਤੁਸੀਂ ਇਹ ਸਵਾਲ ਤੇ ਇਹਨਾਂ ਦੇ ਉਦੋਂ ਬਾਅਦ ਚੁੱਕਣੇ ਬਣਦੇ ਸੀ, ਉਹਦੇ ਤੋਂ ਬਾਅਦ ਇਹ ਤੇ ਭੱਜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਆ। ਉਹ ਜਿਹੜਾ ਉਹਦੇ ਵਿੱਚ ਸਿਆਲਕਾ ਸਾਹਿਬ, ਠੀਕ ਹੈ, ਤੁਹਾਡਾ ਆਪਣਾ ਪੁਆਇੰਟ ਹੋ ਸਕਦਾ ਹੈ, ਪਰ ਦੇਖੋ ਆਮ ਤੌਰ ਤੇ ਇਸ ਤਰੀਕੇ ਨਾਲ ਹੀ ਹੁੰਦਾ ਹੈ ਕਿ ਜੇ ਪੈਰਲਰ ਐਸਜੀਪੀਸੀ ਦਾ ਚੈਨਲ ਹੁਣ ਤੱਕ ਬਣ ਗਿਆ ਹੁੰਦਾ ਤਾਂ ਜਦੋਂ ਇੱਕ ਵਿਸ਼ੇਸ਼ ਚੈਨਲ ਦੇ, ਇੱਕ ਨਿੱਜੀ ਚੈਨਲ ਦੇ ਜੋ ਵੀ ਟੈਂਡਰ ਹੈ ਜਾਂ ਫਿਰ ਜੋ ਵੀ ਉਹਨਾਂ ਦੇ ਨਾਲ ਇੱਕ ਐਗਰੀਮੈਂਟ ਸਾਈਨ ਹੈ, ਉਹ ਜਦੋਂ ਖਤਮ ਹੋ ਰਿਹਾ ਉਸ ਤੋਂ ਬਾਅਦ ਉਹ ਖਤਮ ਤੇ ਫਿਰ ਐਸਜੀਪੀਸੀ ਦਾ ਚੈਨਲ ਔਨ 에ਅਰ ਹੋ ਜਾਂਦਾ। ਇਹ ਆਮ ਤੌਰ ਤੇ ਐਵੇਂ ਹੀ ਹੁੰਦਾ। ਜੇ ਹੁਣ ਦੁਬਾਰਾ ਟੈਂਡਰ ਕੱਢ ਦਿੱਤੇ ਗਏ 5 ਸਾਲ 10 ਸਾਲ ਵਾਸਤੇ ਦੁਬਾਰਾ ਟੈਂਡਰ ਦੇ ਦਿੱਤਾ ਗਿਆ ਤਾਂ ਫਿਰ ਐਸਜੀਪੀਸੀ ਦੇ ਚੈਨਲ ਦਾ ਕੀ ਮਤਲਬ ਰਹੇਗਾ ਜੇ ਐਸਜੀਪੀਸੀ ਨੇ ਅਗਲੇ 1 ਸਾਲ 2 ਸਾਲ ਚ ਬਣਾ ਵੀ ਦਿੱਤਾ? ਤੁਸੀਂ ਹੁਣੀ ਇਸ ਵੇਲੇ ਆਪਾਂ ਡਿਬੇਟ ਕਰ ਰਹੇ ਹਾਂ ਨਾ ਜੀ, ਇੱਥੇ ਕਿ ਆਪਣੇ ਸਹਿਯੋਗੀ ਨੂੰ ਕਰੋ, ਇਸ ਵੇਲੇ ਤੇ ਪੀਟੀਸੀ ਨਹੀਂ ਚੱਲ ਰਿਹਾ। ਕਿਸੇ ਨੂੰ ਆਖੋ ਸਰਚ ਮਾਰੇ ਨੈਟ ਦੇ ਉੱਤੇ, ਕੀਰਤਨ ਤੇ ਹੁਣ ਵੀ ਚੱਲ ਰਿਹਾ ਜੀ। ਮੈਂ ਕਰ ਲੈਣਾ ਸਰ, ਬੋਲੋ। ਮੈਂ ਕਰ ਲੈਣਾ, ਮੈਂ ਸਰਚ ਕਰ ਲੈਣਾ YouTube ਤੇ, ਬੋਲੋ ਕਿੱਥੇ ਸਰਚ ਕਰਾਂ, ਕੀ ਨਾਮ ਲਿਖ ਕੇ ਸਰਚ ਕਰਾਂ ਕਿ ਮੈਨੂੰ ਦਰਬਾਰ ਸਾਹਿਬ ਦੀ ਗੁਰਬਾਣੀ ਸੁਣਨ ਨੂੰ ਮਿਲੇ? ਤੁਸੀਂ ਲਾਈਵ ਕਰ ਲਓ ਜੀ। ਨਹੀਂ ਹੋਏਗਾ ਸਰ, ਹੈ ਅਲੂਵਾਲੀਆ ਜੀ। ਬਿਲਕੁਲ, ਦੇਖੋ ਹੁਣ ਚੈਨਲ ਦੇ ਉੱਤੇ ਬੈਠ ਕੇ ਔਰ ਇੰਨੇ ਵੱਡੇ ਚੈਨਲ ਦੇ ਉੱਤੇ ਬੈਠ ਕੇ ਮੈਂ ਕਹਿੰਦਾ ਵੀ ਐਸਜੀਪੀਸੀ ਦੇ ਇੰਨੇ ਸੀਨੀਅਰ ਲੀਡਰ ਅਗਰ ਇਹੋ ਜਿਹੀ ਗੱਲ ਕਰ ਰਹੇ, ਤੁਸੀਂ ਕਰਕੇ ਦਿਖਾ ਦਿਓ, ਇਹਨਾਂ ਨੂੰ ਦਿਖਾਓ ਅਸਲੀਅਤ ਕੀ ਹੈ। ਜੇ ਇਹ ਅਸਲੀਅਤ ਹੁੰਦੀ, ਤੁਸੀਂ ਕੱਲ ਵੀ ਕੀ ਕਰਨਾ ਹੈ ਵੀ ਸੁਣ ਲਓ ਕੀ ਕਰਨਾ ਹੈ। ਗੌਰਵ ਜੀ, ਕੱਲ ਇਹਨਾਂ ਨੇ ਕੀ ਕਰਨਾ ਹੈ, ਇਹਨਾਂ ਨੇ ਕਹਿਣਾ ਜੀ ਅਸੀਂ YouTube ਤੇ ਪਾਵਾਂਗੇ, YouTube ਤੇ ਚੱਲੇਗਾ ਨਹੀਂ, ਏਦਾਂ ਹੋਊਗਾ। ਇਹ ਕਹਿਣਗੇ ਅਸੀਂ ਸ਼ਰਤਾਂ ਰੱਖਾਂਗੇ। ਸ਼ਰਤਾਂ ਉਹੀ ਰੱਖਣੀਆਂ ਜਿਹੜੀ ਪੀਟੀਸੀ ਨੂੰ ਸੂਟ ਕਰੇ। ਤੁਹਾਨੂੰ ਬੜਾ ਪਤਾ ਹੈ ਸਰ, ਹਰ ਚੀਜ਼ ਦਾ ਐਸਜੀਪੀਸੀ ਦੀ ਪਲੈਨਿੰਗ ਦਾ ਤੁਹਾਨੂੰ ਸਭ ਪਤਾ ਹੁੰਦਾ ਪਹਿਲਾਂ। ਇਹ ਸਾਰੀ ਚੀਜ਼ਾਂ ਦੇ ਕਲੀਅਰ ਨੇ। ਸਰਦਾਰ ਭਗਵੰਤ ਸਿੰਘ ਮਾਨ ਨੇ ਜਦ ਦੀ ਜੁਆਇਨਿੰਗ ਕੀਤੀ, ਉਹ ਕਹਿ ਰਿਹਾ ਕਿ ਵੀ ਇਹਨਾਂ ਨੇ ਇਹਨਾਂ ਨੂੰ ਹੀ ਦੇਣਾ ਜੋ ਮਰਜ਼ੀ, ਔਰ ਉਹ ਕਰਦੇ ਪਏ ਆ, ਸਾਰਿਆਂ ਦੇ ਅੱਗੇ ਕਰਦੇ ਪਏ। ਸਾਡੀ ਹੋਰ ਕੋਈ ਲੜਾਈ ਨਹੀਂ। ਸਾਨੂੰ ਠੀਕ ਹੈ ਕਿ ਮੇਰਾ ਇੱਕ ਸਵਾਲ ਹੈ ਗੌਰਵ ਜੀ ਕਿ ਇੰਨੇ ਸਾਲਾਂ ਤੋਂ 6 ਸਕਾਲਰਸ ਬੈਠੇ ਨੇ, ਐਸਜੀਪੀਸੀ ਬੈਠੀ ਹੈ, ਸਾਰੀ ਆਪੋਜੀਸ਼ਨ ਪਾਰਟੀ ਬੈਠੀ ਹੈ, ਅੱਜ ਤੱਕ ਇਹ ਕਿਸੇ ਨੇ ਕਰਿਆ ਕਿਉਂ ਨਹੀਂ? ਸਾਰੇ ਮੰਨਦੇ ਨੇ ਕਿ ਫ੍ਰੀ ਟੂ 에ਅਰ ਹੋਣਾ ਚਾਹੀਦਾ, ਕਰਿਆ ਕਿਉਂ ਨਹੀਂ? ਜਦ ਉਹ ਤੁਹਾਡੇ ਜਥੇਦਾਰ ਸਾਹਿਬ ਦੀ ਨਹੀਂ ਮੰਨ ਰਹੇ, ਸਿੱਖ ਕਮਿਊਨਿਟੀ ਦੀ ਮੰਨ ਰਹੇ, 6 ਸਕਾਲਰ ਦੀ ਨਹੀਂ ਮੰਨ ਰਹੇ, ਤੇ ਅੱਜ ਸਰਕਾਰ ਕਰ ਰਹੀ ਹੈ, ਤੁਸੀਂ ਨਾਲ ਖੜੋ ਸਰਕਾਰ ਦੇ, ਤੁਸੀਂ ਕਹੋ ਠੀਕ ਹੈ ਜੀ। ਉਹਨਾਂ ਨੂੰ ਮਨਸ਼ਾ, ਉਹਨਾਂ ਨੂੰ ਲੱਗਦਾ ਕਿ ਤੁਸੀਂ ਅੱਜ ਸਿਰਫ ਗੁਰਬਾਣੀ ਪ੍ਰਸਾਰਣ ਦਾ ਜ਼ਿਕਰ ਕਰ ਰਹੇ ਹੋ, ਫਿਰ 6 ਮਹੀਨੇ ਨੂੰ ਤੁਸੀਂ ਕਹੋਗੇ ਕਿ ਨਹੀਂ ਜੀ ਹੁਣ ਇਲੈਕਸ਼ਨ ਅਸੀਂ ਕਰਵਾਵਾਂਗੇ, ਫਿਰ 6 ਮਹੀਨੇ ਨੂੰ ਤੁਸੀਂ ਕਹੋਗੇ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਅਸੀਂ ਕਰਾਂਗੇ, ਫਿਰ ਤੁਸੀਂ ਐਡਹੌਕ ਕਮੇਟੀ, ਉਹਨਾਂ ਨੂੰ ਇਹ ਡਰ ਹੈ ਇਸ ਚੀਜ਼ ਦਾ, ਇਸ ਚੀਜ਼ ਦਾ ਖਦਸ਼ਾ ਹੈ। ਕਹਿੰਦੇ ਹਰਿਆਣਾ ਦੀ ਤਰ੍ਹਾਂ ਤੁਸੀਂ ਐਡਹੌਕ ਕਮੇਟੀ ਬਣਾ ਕੇ, ਅਸੀਂ ਤਾਂ ਬਣਾਣੀ ਹੁੰਦੀ ਪਹਿਲੇ ਉਸ ਚ ਲੈਣ ਦੇ, ਅਸੀਂ ਇਹੋ ਜਿਹੇ ਕੰਮ ਕਿਉਂ ਕਰਦੇ? ਠੀਕ ਹੈ, ਚਲੋ ਗੁਰਪ੍ਰੀਤ ਜੀ ਦਾ ਗੁਰਬਾਣੀ ਜਿਹੜੀ ਹੈਗੀ ਉਹਨੂੰ ਫ੍ਰੀ ਟੂ 에ਅਰ ਕਰੇ, ਸਾਰੇ ਰਾਜੀ ਨੇ। ਮੈਂ ਗੁਰਪ੍ਰੀਤ ਜੀ ਨੇ ਆਵਾਜ਼ ਨਹੀਂ ਚੱਕੀ ਜੀ। ਗੁਰਪ੍ਰੀਤ ਜੀ ਦਾ ਰੁਕ ਕਰਦਾ ਸਰ, ਮੇਰਾ ਇੱਕ ਛੋਟਾ ਸਵਾਲ ਹੈ ਇੱਥੇ ਗੌਰਵ ਜੀ, ਮੈਂ ਗੱਲ ਦੱਸਾਂ ਕਿ ਅਸੀਂ ਸਾਰਿਆਂ ਨੇ ਆਵਾਜ਼ ਚੱਕੀ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਾਹਿਬਾਂ ਨੇ ਤੇ ਇੱਕ 200 ਤੇ ਆਲਮੋਸਟ 250 ਪੇਜ ਦੀ ਚਿੱਠੀ ਵੀ ਪਿਛਲੇ ਸਾਲ ਦੇਤੀ ਸੀਗੀ ਪ੍ਰਧਾਨ ਜੀ ਨੂੰ ਕਿ ਫ੍ਰੀ ਟੂ 에ਅਰ ਕਰਨ ਲਈ, ਠੀਕ ਹੈ ਨਾ। ਉਹ ਚਲੋ ਅਸੀਂ ਤੇ ਆਪਣੇ ਪਾਸੋਂ ਜਿਹੜਾ ਸਾਨੂੰ ਸਮਝ ਆਉਂਦੀ ਹੈ ਕਿ ਅਸੀਂ ਇਹ ਨਹੀਂ ਹੋਣਾ ਚਾਹੀਦਾ, ਇਹਦੇ ਤੇ ਆਵਾਜ਼ਾਂ ਪਹਿਲਾਂ ਵੀ ਚੱਕੀਆਂ ਗਈਆਂ ਨੇ ਕਿ ਵੀ ਇਹ ਕਿਉਂ ਪੀਟੀਸੀ ਦੀ ਇੱਕ ਮੋਨੋਪੋਲੀ ਹੈ, ਠੀਕ ਹੈ ਨਾ। ਇਹ ਅਸੀਂ ਠੀਕ ਹੈ, ਉਹ ਅਨਫੋਰਚੂਨੇਟਲੀ ਤਾਂ ਹੀ ਮੈਂ ਕਹਿ ਰਿਹਾ ਕਿ ਐਸਜੀਪੀਸੀ ਦੇ ਜਿਹੜੇ ਇੱਥੇ ਬੈਠੇ ਨੇ ਮੈਂਬਰ, ਮੇਰੇ ਵੀਰ ਵੀ ਹੈਗੇ, ਹਾਲਾਂਕਿ ਉਹ ਆਜ਼ਾਦ ਨੇ ਆਪਣੇ ਹਰਦੀਪ ਜੀ, ਪਰ ਦੂਜੇ ਤੇ ਚਲੋ ਇੱਕ ਧਿਰ ਨਾਲ ਜਾਂ ਇੱਕ ਧਾਰਮਿਕ ਨੂੰ ਛੱਡੋ, ਤੁਸੀਂ ਇੱਕ ਸਿਆਸੀ ਜਥੇਬੰਦੀ ਨਾਲ ਵੀ ਸ਼ਾਇਦ ਸੰਪਰਕ ਰੱਖਦੇ ਹੋਣਗੇ, ਅਕਾਲੀ ਦਲ ਬਾਦਲ ਨਾਲ।
ਪਰ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਕਿਉਂ ਨਹੀਂ ਉੱਥੇ ਆਵਾਜ਼ ਚੱਕ ਸਕੇ, ਕਿਉਂਕਿ ਜਦੋਂ ਇਹ ਆਵਾਜ਼ਾਂ ਆਉਂਦੀਆਂ ਨੇ ਤੇ ਐਸਜੀਪੀਸੀ ਦਾ ਮਤਲਬ ਇਹ ਹੁੰਦਾ ਕਿ ਵੀ ਸਿੱਖ ਜਗਤ ਅਗਰ ਤੁਹਾਨੂੰ ਕੁਝ ਕਹਿ ਰਿਹਾ ਹੈ ਜੀ ਤੇ ਤੁਸੀਂ, ਤਾਂ ਹੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸਿੱਖਾਂ ਨੂੰ ਇਕੱਠੇ ਨਹੀਂ ਰੱਖ ਸਕੇ, ਕਿਉਂਕਿ ਜਦੋਂ ਤੁਸੀਂ ਜਦ ਤਾਈਂ ਤੁਸੀਂ ਸਿੱਖਾਂ ਦੀ ਗੱਲ ਤੁਸੀਂ ਕਰਦੇ ਨਹੀਂ, ਤੁਸੀਂ ਉਹਨਾਂ ਨੂੰ ਨਾਲ ਜੋੜ ਕੇ ਨਹੀਂ ਰੱਖਦੇ ਤਾਂ ਤੁਹਾਡੇ ਨਾਲ ਕਿੱਦਾਂ ਤੁਰਨਗੇ। ਠੀਕ ਹੈ ਹੁਣ ਇਹੀ ਗੱਲ ਮੈਂ ਇਹਦੇ ਉੱਤੇ ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਾਂ ਕਿ ਸਤੰਬਰ ਦਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਐਸਜੀਪੀਸੀ ਪ੍ਰਧਾਨ ਨੂੰ ਜੀ ਇੱਕ ਹੋਰ ਮਸਲੇ ਉੱਤੇ ਕਿ ਜਿਹੜੀ ਸਾਡੀ ਆਪਣੇ ਜਿਹੜਾ ਕ੍ਰਿਸਚੀਅਨ ਬਣ ਰਹੇ ਨੇ, ਸਾਡੇ ਬੰਦੇ ਜਿਹੜੇ ਜਾ ਰਹੇ ਨੇ, ਅਸੀਂ ਉਹਨਾਂ ਨੂੰ ਚਿੱਠੀ ਦਿੱਤੀ ਹੋਈ ਹੈ ਸਤੰਬਰ ਲਾਸਟ ਈਅਰ ਦੀ ਜੀ। ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀਗੀ ਕਿ ਤੁਹਾਡੇ ਕੋਲ 170 ਮੈਂਬਰ ਨੇ ਹਾਊਸ ਦੇ ਵਿੱਚ, ਤੁਸੀਂ ਐਂ ਕਰੋ ਕਿ ਆਪਣੇ ਮੈਂਬਰਾਂ ਨੂੰ ਪੁੱਛੋ ਕਿ ਉਹਨਾਂ ਦੇ ਇਲਾਕੇ ਜਾ ਕੇ ਉੱਥੋਂ ਪਤਾ ਕਰਨ ਕਿ ਵੀ ਕਿੰਨੇ ਕੁ ਬਣੇ ਨੇ, ਕੌਣ ਬਣ ਰਹੇ ਨੇ ਤੇ ਕਿਉਂ ਬਣ ਰਹੇ ਨੇ, ਤਾਂ ਕਿ ਸਾਨੂੰ ਜਿਹੜੀ ਪੀੜ ਮਹਿਸੂਸ ਹੋ ਰਹੀ ਹੈ ਕਿ ਵੀ ਸਾਡੇ ਬੰਦੇ ਛੱਡ ਕੇ ਕਿਉਂ ਜਾ ਰਹੇ ਨੇ। ਹਰ ਇੱਕ ਵਧੀਆ ਕੰਪਨੀ ਵੀ ਕਰਦੀ ਹੈ, ਜਦੋਂ ਕੋਈ ਬੰਦਾ ਛੱਡ ਕੇ ਜਾਂਦਾ ਹੈ ਉਹਦਾ ਐਗਜ਼ਿਟ ਇੰਟਰਵਿਊ ਲੈਂਦੇ ਨੇ, ਅਸੀਂ ਵੀ ਤਾਂ ਪਤਾ ਕਰੀਏ ਨੇ ਕਿ ਵੀ ਸਾਡੇ ਬੰਦੇ ਛੱਡ ਕੇ ਕਿਉਂ ਜਾ ਰਹੇ ਨੇ। ਇਹ ਸਤੰਬਰ ਦੀ ਚਿੱਠੀ ਦਿੱਤੀ ਹੋਈ ਹੈ ਤੇ ਮੈਂ ਉਮੀਦ ਕਰਾਂਗਾ ਕੱਲ ਇਜਲਾਸ ਆ ਰਿਹਾ ਹੈ, ਸਿਆਲਕਾ ਜੀ ਤੁਸੀਂ ਇੱਥੇ ਬੈਠੇ ਹੋ, ਤੁਸੀਂ ਹੋਰ ਨਹੀਂ, ਤੁਸੀਂ ਜਾ ਕੇ ਇਹ ਪੁਆਇੰਟ ਰੇਜ਼ ਕਰੋ ਕਿ ਵੀ ਕੇਂਦਰੀ ਸਿੰਘ ਸਭਾ ਦੀ ਚਿੱਠੀ ਦਾ ਕੀ ਬਣਿਆ, ਕਿ ਸਾਨੂੰ ਇਹ ਕਿਉਂ ਨਹੀਂ ਹਦਾਇਤ ਦਿੱਤੀ ਗਈ ਕਿ ਅਸੀਂ ਜਾ ਕੇ ਪਤਾ ਕਰੀਏ ਕਿ ਵੀ ਸਾਡੇ ਵਾਕਈ ਕਿੰਨੇ ਕੁ ਬੰਦੇ ਬਣ ਗਏ ਨੇ। ਸੋ ਮੇਰਾ ਕਹਿਣ ਦਾ ਮਤਲਬ ਇਹ ਸਾਰੀ ਚੀਜ਼ਾਂ ਸਿੱਖ ਜਗਤ ਜਿਹੜਾ ਹੈ ਉਹ ਜਾਗਿਆ ਹੋਇਆ ਹੈ, ਉਹ ਚਿੱਠੀਆਂ ਲਿਖਦਾ ਹੈ। ਠੀਕ ਹੈ ਸਰ, ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਪੁਆਇੰਟ ਇਹ ਵੀ ਹੈ ਕਿ ਜਿਹੜੇ ਇਸ ਸਮੇਂ ਤੁਹਾਨੂੰ ਵੀ ਸੁਣ ਰਹੇ ਨੇ, ਆਪਣੀ ਇਹ ਡਿਬੇਟ ਦੇਖ ਰਹੇ ਨੇ, ਉਹ ਜਾਣਨਾ ਚਾਹੁੰਦੇ ਹੋਣਗੇ ਕਿ ਜਥੇਦਾਰ ਸਾਹਿਬ ਨੇ ਕਿਹਾ ਕਿ ਫ੍ਰੀ ਟੂ ਏਅਰ ਕਰ ਦੋ, ਉਸ ਦੇ ਉੱਤੇ ਅਮਲ ਨਹੀਂ ਹੋਇਆ, ਜਾਂ ਫਿਰ ਉਹ ਅੱਗੇ ਪ੍ਰੋਸੈਸ ਦੇ ਵਿੱਚ ਚਲਾ ਗਿਆ ਪੂਰਾ ਮਾਮਲਾ। 10-11 ਸਾਲ ਤੋਂ ਆਲਰੇਡੀ ਇੱਕ ਚੈਨਲ ਦੇ ਕੋਲ ਰਾਈਟਸ ਹੈਗੇ ਨੇ, ਫਿਰ ਹੋਰ ਕੀ ਬਦਲ ਕੀ ਸੀ ਸਰ? ਕਿ ਆਮ ਤੌਰ ਤੇ ਮੈਂ ਪਿਛਲੇ 15 ਸਾਲ ਤੋਂ ਦੇਖਾਂ ਤਾਂ ਗੱਲ ਨਹੀਂ ਹੋਈ ਇਸ ਬਾਰੇ ਕਿ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਡਿਬੇਟਸ ਹੋਈਆਂ ਹੋਣ ਜਾਂ ਨਿਊਜ਼ਪੇਪਰ ਦੇ ਵਿੱਚ ਖਬਰਾਂ ਦੀ ਪੂਰੀ ਲਾਈਨ ਲੱਗੀ ਹੋਵੇ, ਨਹੀਂ ਹੋਇਆ ਨਾ। ਫਿਰ ਇਹ ਸਰਕਾਰ ਨੇ ਜੇ ਕੀਤਾ ਉਸ ਤੋਂ ਬਾਅਦ ਹੀ ਚੀਜ਼ਾਂ ਹੋ ਰਹੀਆਂ। ਹੁਣ ਗੱਲ ਇਹ ਹੈ ਕਿ ਜੇ ਹੁਣ ਸਰਕਾਰ ਨਾ ਕਰ ਦਿੱਤੀ ਕਿ ਵਾਕਈ ਹੀ ਅੱਜ ਆਪਾਂ ਗੱਲ ਕਰ ਰਹੇ ਹੁੰਦੇ, ਸ਼ਾਇਦ ਨਾ ਕਰ ਰਹੇ ਹੁੰਦੇ। ਗੁਰਪ੍ਰੀਤ ਜੀ ਨਹੀਂ, ਇਹ ਗੱਲ ਠੀਕ ਹੈ, ਸਰਕਾਰ ਨੇ ਬਦਲ ਕੀ ਸੀ ਨਾ, ਤੁਹਾਡੇ ਕੋਲ ਕੀ ਬਦਲ ਸੀ, ਹੋਰ ਕਿਸੇ ਕੋਲ ਕੀ ਬਦਲ ਇਦਾਂ ਹੈ, ਅਸੀਂ ਆਪਣੀ ਕੋਸ਼ਿਸ਼ ਕਰਾਂਗੇ, ਬਟ ਜਿੱਦਾਂ ਮੈਂ ਤੁਹਾਨੂੰ ਡਿਬੇਟ ਦੇ ਪਹਿਲੇ ਟਾਈਮ 'ਚ ਗੱਲ ਕੀਤੀ ਹੈ ਕਿ ਜਿਹੜਾ ਤਰੀਕਾ ਹੈ ਜੀ, ਜਿਹੜਾ ਮੁੱਦਾ ਹੈ ਉਹ ਅਸੀਂ ਸਾਰਿਆਂ ਉਹਦੇ ਤੇ ਸਹਿਮਤ ਹਾਂ, ਠੀਕ ਹੈ, ਬਟ ਜਿਹੜਾ ਤਰੀਕਾ ਹੈ ਉਹ ਅਸੀਂ ਕਹਿੰਦੇ ਹਾਂ ਕਿ ਵੀ ਅੱਜ ਦੀ ਡੇਟ ਵਿੱਚ ਅਗਰ ਅਸੀਂ ਇਸ ਤਰੀਕੇ ਨੂੰ ਇਖਤਿਆਰ ਕਰੀਏ ਤੇ ਕੱਲ ਨੂੰ ਸਾਨੂੰ ਖਾਣੀ ਪੈਗੀ, ਆਪਣੇ ਮੂੰਹ ਤੇ ਖਾਣੀ ਪੈਗੀ। ਤੇ ਉਹ ਜਿਹੜੀ ਗੱਲ ਹੈਗੀ, ਸੋ ਇਹ ਮੇਰਾ ਕਹਿਣ ਦਾ ਮਤਲਬ, ਮੇਰੇ ਵੀਰ ਇੱਥੇ ਬੈਠੇ ਨੇ ਆਮ ਆਦਮੀ ਪਾਰਟੀ ਵਾਲੇ, ਉਹ ਮੈਂ ਇਹ ਕਹਿੰਦਾ ਕਿ ਇਹਨਾਂ ਨੇ ਵੀ ਗੱਲ ਕੀਤੀ ਹੈ ਕਿ ਵੀ ਇਹਨਾਂ ਦਾ ਵੀ ਮਕਸਦ ਹੈਗਾ ਕਿ ਫ੍ਰੀ ਟੂ ਏਅਰ ਹੋਣਾ ਚਾਹੀਦਾ, ਅਸੀਂ ਵੀ ਇਹੀ ਚਾਹੁੰਦੇ ਹਾਂ, ਪਰ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸਰਕਾਰ ਨੂੰ ਕਹੋ ਕਿ ਆਪਣਾ ਬਿੱਲ ਵਾਪਸ ਲੈ ਲਓ, ਅਸੀਂ ਸਾਰੇ ਇਕਜੁੱਟ ਹੋ ਕੇ ਅਸੀਂ ਪ੍ਰੈਸ਼ਰ ਪਾਈਏ, ਐਜ਼ ਬਤੌਰ ਇਹ ਵੀ ਸਿੱਖ ਨੇ, ਅਸੀਂ ਵੀ ਸਿੱਖ ਹਾਂ, ਸਾਰੇ ਸਿੱਖ ਹਾਂ, ਅਸੀਂ ਪ੍ਰੈਸ਼ਰ ਪਾਈਏ ਹੁਣ ਇਕੱਠੇ ਹੋ ਕੇ, ਸਰਕਾਰ ਵੀ ਪ੍ਰੈਸ਼ਰ ਪਾਏ, ਬਟ ਨਾਟ ਸਮਝ ਆਵੇ ਸਰ। ਅਗਰ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਗੱਲ ਚੱਕੀ ਹੈ, ਇਹਨਾਂ ਨੂੰ ਨਾਲ ਖੜਨਾ ਚਾਹੀਦਾ। ਇਹ ਕਿਉਂ ਕਹਿ ਰਹੇ ਅਸੀਂ ਕਰਾਂਗੇ? ਅਸੀਂ ਖੜਨ ਨੂੰ ਤਿਆਰ ਹਾਂ, ਬਿੱਲ ਵਾਪਸ ਲੈ ਲਓ, ਬਿੱਲ ਵਾਪਸ ਲੈ ਲਓ, ਬਤੌਰ ਸਿੱਖ ਸਾਲ ਤੋਂ ਕਿਉਂ ਨਹੀਂ ਕੀਤਾ ਤੁਸੀਂ? ਅਸੀਂ ਕੀਤਾ ਸਰ, ਕੀ ਹੋਇਆ ਸਰ? ਅਸੀਂ ਜਥੇਦਾਰ ਸਾਹਿਬ ਦੀ ਨਹੀਂ ਸੁਣ ਰਹੇ, ਇੱਕ ਗੱਲ ਦੱਸੋ, ਜਿਹੜੀ ਮੀਟਿੰਗ ਸੀ, ਇਹ ਤਰੀਕਾ ਨਹੀਂ, ਇਹ ਤਰੀਕਾ ਸੀਗੀ ਐਸਜੀਪੀਸੀ ਦੀ, ਠੀਕ ਹੈ, ਐਸਜੀਪੀਸੀ ਦੇ ਆਏ ਪ੍ਰਧਾਨ ਜੀ, ਮੀਟਿੰਗ ਕਿੱਥੇ ਹੋਈ? ਸ਼੍ਰੋਮਣੀ ਅਕਾਲੀ ਦਲ ਦੇ। ਉਹ ਤਾਂ ਜੋ ਉਹਨਾਂ ਨੂੰ ਕਹਿੰਦੇ ਡਿਕਟੇਟ ਹੋ ਰਹੇ ਨੇ, ਤੁਸੀਂ ਗੱਲ ਨੂੰ ਸਮਝੋ, ਐਸਜੀਪੀਸੀ ਹੈ ਕਿ ਤੁਸੀਂ ਸਮਝੋ, ਅਸੀਂ ਵੀ ਸਮਝਦੇ ਹਾਂ। ਆਪਾਂ ਕਿਉਂ ਨਾ ਇਕੱਠੇ ਹੋ ਕੇ ਇਸ ਗੱਲ ਤੋਂ ਸਹਿਮਤ ਹੋਈਏ ਕਿ ਕੁਰਬਾਨੀ ਨਹੀਂ ਕਰ ਰਹੇ ਨੇ ਸਰਦਾਰ ਭਗਵੰਤ ਸਿੰਘ ਮਾਨ, ਤੁਸੀਂ ਵੀ ਸਮਝੋ ਕਿ ਇਹ ਬੈਡ ਪ੍ਰੈਸੀਡੈਂਟ ਸੈੱਟ ਹੋ ਜਾਊਗਾ। ਪਲੀਜ਼ ਫॉर ਗॉड ਸੇਕ, ਤੁਸੀਂ ਵੀ ਪੜ੍ਹੇ ਲਿਖੇ ਹੋ, ਅਸੀਂ ਵੀ ਸਾਰੇ ਪੜ੍ਹੇ ਲਿਖੇ ਹਾਂ, ਲੈਟ ਅਸ ਰਿਅਲਾਈਜ਼ ਕਿ ਆ ਜਿਹੜਾ ਹੈਗਾ ਇਹ ਚੀਜ਼ ਨੇ ਇਹ ਨਹਿਰੂ ਤਾਰਾ ਸਿੰਘ ਐਕਟ ਨੂੰ ਇਹਨੂੰ ਨਿਖੇਧ ਦੇਣਾ। ਅੱਜ ਤੱਕ ਐਸਜੀਪੀਸੀ ਨੇ ਕੋਈ ਕਹਿਣਾ ਨਹੀਂ ਮੰਨਣਾ, ਤੁਸੀਂ ਜਿੰਨੀ ਮਰਜ਼ੀ ਚਿੱਠੀਆਂ ਲਿਖ ਲਓ, ਕਿਉਂਕਿ ਉਹਨਾਂ ਕੋਲ ਤਾਂ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਨੂੰ ਕਰ ਰਹੀ ਹੈ। ਹਰਦੀਪ ਜੀ, ਕਿਹੜਾ ਕਹਿਣਾ ਮੰਨਿਆ? ਦੱਸੋ ਕਿਹੜਾ ਕਹਿਣਾ ਮੰਨਿਆ? ਹਰਦੀਪ ਜੀ ਦਾ ਇੱਕ ਸੈਕਿੰਡ, ਹਰਦੀਪ ਜੀ। ਆਲੂ ਵਾਲੀਆ ਜੀ, ਗੱਲ ਇਸ ਤਰ੍ਹਾਂ ਆ ਕਿ ਇਸ ਨੂੰ ਆਪਣਾ ਰੈਜ਼ੋਲੂਸ਼ਨ ਸਮਝ ਲਓ, ਐਕਟ ਤੁਹਾਡਾ ਕੋਈ ਕੰਮ ਨਹੀਂ ਕਰੇਗਾ, ਇੱਕ ਕਨਫਲਿਕਟ ਆਏਗਾ ਤੇ ਤੁਸੀਂ ਇਹਨਾਂ ਦਾ ਸਾਥ ਦਿਓਗੇ ਇਸ ਨੂੰ ਸਟੇਟਸ ਕੋ ਬਣਾਉਣ ਦੇ ਲਈ। ਤੁਹਾਡੀ ਸਾਰੀ ਇਸ ਐਕਟੀਵਿਟੀ ਦੇ ਨਾਲ ਸਟੇਟਸ ਕੋ ਹੋਏਗਾ ਔਰ ਲਗਾਤਾਰ ਇਹ ਬਾਦਲਾਂ ਦੇ ਕੋਲ ਹੀ ਰਹੇਗਾ, ਅਗਲੇ ਸ਼ਾਇਦ ਟੈਂਡਰ ਵੀ ਹੋਣ ਦੀ ਜ਼ਰੂਰਤ ਨਾ ਰਵੇ। ਇੱਕ ਚੀਜ਼। ਨੰਬਰ 2, ਜਿਹੜਾ ਹੈਗਾ ਇਹ ਫੇਸ ਸੇਵਿੰਗ ਕਰ ਰਹੀ ਹੈ ਕੇਵਲ ਸਰਕਾਰ, ਔਰ ਗਲਤ ਪ੍ਰੈਸੀਡੈਂਟ ਸੈੱਟ ਕਰ ਰਹੀ ਹੈ ਆਪਣਾ, ਉਹਨਾਂ ਨੂੰ ਕੋਲ ਹੋਰ ਕੋਈ ਚਾਰਾ ਨਹੀਂ ਸੀ। ਜੇ ਇਹ ਸਮਝਦੇ ਨੇ, ਦੇਖੋ ਮੇਰੇ ਨੁਕਤੇ ਵੱਖਰੇ ਨੇ, ਜੇ ਸਮਝਦੇ ਨੇ ਕਿ ਇਹ ਕਰ ਸਕਦੇ ਨੇ,
ਗੁਰਦੁਆਰਾ ਐਕਟ ਦੇ ਵਿੱਚ ਤਾਂ ਬਹੁਤ ਵੱਡੀਆਂ ਤਬਦੀਲੀਆਂ ਹੋਣ ਦੀ ਲੋੜ ਨੇ, ਇਕੱਲੀ ਗੁਰਬਾਣੀ ਪ੍ਰਸਾਰਣ ਦੀ ਗੱਲ ਨਹੀਂ ਹੈ। ਗੁਰਦੁਆਰਾ ਐਕਟ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਗੇਂਸਟ ਆ ਬਹੁਤ ਗੱਲਾਂ 'ਚ, ਜਿਹੜੀ ਕਿ ਸੈਂਟਰਲ ਗਵਰਨਮੈਂਟ ਨੇ ਪਹਿਲਾਂ ਰਿਜ਼ਰਵੇਸ਼ਨਸ ਕੀਤੀਆਂ ਨੇ। ਸ਼ਡਿਊਲ ਕਾਸਟ ਰਿਜ਼ਰਵੇਸ਼ਨ ਹੈ, ਲੇਡੀ ਸੀਟ ਰਿਜ਼ਰਵੇਸ਼ਨ ਹੈ, ਇਹ ਤਾਂ ਬੇਸਿਕ ਪ੍ਰਿੰਸੀਪਲ ਆਫ ਸਿੱਖੀਜ਼ਮ ਦੇ ਖਿਲਾਫ ਹੈ। ਤੁਸੀਂ ਤਾਂ ਇਕੱਲੇ ਪ੍ਰਸਾਰਣ ਦੀ ਗੱਲ ਕਰੀ ਜਾਂਦੇ ਹੋ। ਕੀ ਪੰਜਾਬ ਸਰਕਾਰ ਰੈਜ਼ੋਲੂਸ਼ਨ ਲਿਆ ਸਕਦੀ ਹੈ ਕਿ ਅਸੀਂ ਜਿਹੜੀ ਹੈਗੀ ਹੈ ਰਿਜ਼ਰਵੇਸ਼ਨ ਜਿਹੜੀ ਐਸਜੀਪੀਸੀ 'ਚ ਖਤਮ ਕਰਾਂਗੇ, ਕਿਉਂਕਿ ਸਿੱਖੀ 'ਚ ਕੋਈ ਰਿਜ਼ਰਵੇਸ਼ਨ ਨਹੀਂ ਹੈ। ਨੰਬਰ 2, ਠੀਕ ਹੈ, ਕੀ ਇਹ ਪੰਜਾਬ ਸਰਕਾਰ ਰੈਜ਼ੋਲੂਸ਼ਨ ਲਿਆ ਸਕਦੀ ਹੈ? ਰੈਜ਼ੋਲੂਸ਼ਨ ਹੀ ਲਿਆਓ, ਮੈਂ ਕਹਿੰਦਾ ਤੁਸੀਂ ਐਕਟ ਨਹੀਂ ਚੇਂਜ ਕਰ ਸਕਦੇ। ਕੱਲਾ ਰੈਜ਼ੋਲੂਸ਼ਨ ਲਿਆ ਕੇ ਦੱਸੋ ਮੈਨੂੰ ਕਿ ਕੀ ਜਿਹੜੀ ਹੈ ਉਹ ਸਿੱਖ ਦੀ ਡੈਫੀਨੇਸ਼ਨ ਜਿਹੜੀ ਹੈ ਉਹ ਗੁਰਦੁਆਰਾ ਐਕਟ ਦੇ ਵਿੱਚ ਠੀਕ ਨਹੀਂ ਹੈ, ਗਲਤ ਹੈ, ਐਸ ਪਰ ਰਹਿਤ ਮਰਿਆਦਾ ਨਹੀਂ ਹੈ, ਕੀ ਉਹ ਤੁਸੀਂ ਲਿਆ ਸਕਦੇ ਹੋ? There are lot many other amendments required in SGPC ਗੁਰਦੁਆਰਾ ਐਕਟ। ਸੋ ਇਸ ਦੇ ਇਹ ਜਿਹੜੀ ਹੈ ਕਿ ਤੁਸੀਂ ਆਪਣੀ ਫੇਸ ਸੇਵਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਇਹ ਸਾਰੇ ਮਸਲੇ ਨੂੰ ਸਟੇਟਸ ਕੋ ਬਣਾਉਣ ਦੀ ਕਰ ਰਹੇ ਹੋ ਔਰ ਗਲਤ ਪ੍ਰੈਸੀਡੈਂਟ ਸੈੱਟ ਕਰ ਰਹੇ ਹੋ। ਇਹ ਅਸੀਂ SGPC ਦੇ ਅਕਾਲੀ ਦਲ ਦੇ ਵਿਰੋਧੀ ਆ, ਅੱਜ ਦੇ ਨਹੀਂ ਆ, 2 ਦਹਾਕੇ ਹੋ ਗਏ ਨੇ ਜਦੋਂ ਤੁਸੀਂ ਲੋਕ ਸ਼ਾਇਦ ਉਹਦਾ ਸਾਥ ਦਿੰਦੇ ਹੋ, ਲੇਕਿਨ ਉਹ ਕੋਈ ਨਿੱਜੀ ਵਿਰੋਧ ਨਹੀਂ ਹੈ। ਉਹ ਅਕਾਲੀ ਦਲ ਦਾ, ਕਿਸੇ ਬਾਦਲਾਂ ਦਾ ਜਾਂ ਐਸਜੀਪੀਸੀ ਦਾ ਕੋਈ ਨਿੱਜੀ ਵਿਰੋਧ ਨਹੀਂ ਹੈ, ਉਹ ਮੁੱਦਿਆਂ ਤੇ ਆਧਾਰਿਤ ਵਿਰੋਧ ਹੈ। ਅੱਜ ਦੇ ਦਿਨ ਇਹ ਵਿਰੋਧ ਤੁਹਾਡੇ ਉਲਟ ਹੁੰਦਾ ਹੈ। ਠੀਕ ਹੈ, ਆਲੂਵਾਲੀ ਆਨਸਰ ਕਰ ਦਿਓ ਸਰ। 1925 ਦਾ ਐਕਟ ਬਣਿਆ ਹੋਇਆ ਹੈ। ਗੁਰਬਾਣੀ ਦੀ ਗੱਲ ਆਪਾਂ ਸ਼ੁਰੂ ਕਰਦੇ ਹਾਂ 2007 ਤੋਂ, ਇੱਕ ਚੈਨਲ ਕੋਲ ਹੈਗੀ ਹੈ, ਇਹ 2011 ਕਹਿੰਦੇ ਨੇ ਪਰ 2007 ਤੋਂ ਹੈਗੀ ਹੈ। ਅੱਜ ਤੱਕ ਤੁਸੀਂ ਕਾਫੀ ਚਿੱਠੀਆਂ ਲਿਖੀਆਂ, ਮੈਂ ਨਹੀਂ ਕਹਿੰਦਾ ਨਹੀਂ ਲਿਖੀਆਂ,